ਅੱਜ ਆਓ ਅਸੀਂ ਪਰਮੇਸ਼ਰ ਇੱਕ ਸਾਹਲ ਨਾਲ ਸਾਨੂੰ ਪਰਖਦੇ ਹਨ। ਉਪਦੇਸ਼ ਸਿਰਲੇਖ ਨਾਲ ਪਰਮੇਸ਼ਰ ਦਾ ਵਚਨ ਸਾਂਝਾ ਕਰੀਏ। ਪੁਰਾਣੇ ਨੇਮ ਵਿੱਚ ਨਬੀ ਆਮੋਸ ਨੇ ਇੱਕ ਦਰਸ਼ਨ ਦੇਖਿਆ ਕਿ ਪਰਮੇਸ਼ਰ ਆਪਣੇ ਹੱਥ ਵਿੱਚ ਇੱਕ ਸਾਹਲ ਲੈ ਕੇ ਖੜੇ ਹਨ। ਜਦੋਂ ਇੱਕ ਘਰ ਬਣਾਇਆ ਜਾਂਦਾ ਹੈ ਤਦ ਇੱਕ ਸਾਹਲ ਲਟਕਣ ਦੀ ਵਰਤੋਂ ਕੀਤੀ ਜਾਂਦੀ ਹੈ। ਸਾਹਲ ਲਟਕਣ ਨਾਲ ਜੁੜੀ ਰੱਸੀ ਨੂੰ ਸਾਹਲ ਸੂਤਰ ਕਿਹਾ ਜਾਂਦਾ ਹੈ। ਇਹ ਇੱਕ ਯੰਤਰ ਹੈ ਜਿਸ ਦੀ ਵਰਤੋਂ ਇਹ ਜਾਂਚਣ ਲਈ ਕੀਤੀ ਜਾਂਦੀ ਹੈ ਕਿ ਇਮਾਰਤ ਸਿੱਧੀ ਖੜੀ ਹੈ ਜਾਂ ਝੁਕੀ ਹੋਈ ਹੈ ਅਤੇ ਕਿ ਇੱਟਾਂ ਬਰਾਬਰ ਰੂਪ ਨਾਲ ਲਗਾਈਆਂ ਗਈਆਂ ਹਨ। ਜਦੋਂ ਰਾਜ ਮਿਸਤਰੀ ਸਾਹਲ ਨੂੰ ਉੱਪਰੋਂ ਨੀਚੇ ਛੱਡਦੇ ਹਨ ਤਦ ਸਾਹਲ ਨੀਚੇ ਲਟਕ ਜਾਂਦਾ ਹੈ ਕਿਉਂਕਿ ਉਸ ਦੇ ਨੀਚੇ ਇੱਕ ਭਾਰ ਜੁੜਿਆ ਹੁੰਦਾ ਹੈ। ਸਾਹਲ ਰਾਜ ਮਿਸਤਰੀਆਂ ਨੂੰ ਇਹ ਜਾਂਚਣ ਵਿੱਚ ਸਫਲ ਬਣਾਉਂਦਾ ਹੈ ਕਿ ਇੱਟਾਂ ਨੂੰ ਲੰਬਕਾਰੀ ਰੂਪ ਨਾਲ ਇਕਸਾਰ ਕੀਤਾ ਜਾ ਰਿਹਾ ਹੈ ਜਾਂ ਉਹ ਇੱਕ ਪਾਸੇ ਝੁਕੀਆਂ ਹੋਈਆਂ ਹਨ। ਆਮੋਸ ਨਬੀ ਨੇ ਕਿਹਾ ਕਿ ਪਰਮੇਸ਼ਰ ਇਜ਼ਰਾਈਲੀਆਂ ਦੇ ਗਲਤ ਕੰਮਾਂ ਦਾ ਨਿਰੀਖਣ ਕਰਨਗੇ। ਪਰਮੇਸ਼ਰ ਨੇ ਨਬੀ ਆਮੋਸ ਨੂੰ ਦਿਖਾਇਆ ਕਿ ਉਹ ਆਪਣੇ ਲੋਕਾਂ ਵਿਚਕਾਰ ਇੱਕ ਸਾਹਲ ਸਥਾਪਿਤ ਕਰ ਰਹੇ ਹਨ ਤਾਂ ਜੋ ਇਹ ਮਾਪਿਆ ਜਾ ਸਕੇ ਕਿ ਉਹ ਆਪਣੇ ਵਿਸ਼ਵਾਸ ਨੂੰ ਸਹੀ ਤਰ੍ਹਾਂ ਬਣਾ ਰਹੇ ਹਨ ਅਤੇ ਕਿ ਉਹ ਸਹੀ ਰਾਸਤੇ ਉੱਤੇ ਚੱਲ ਰਹੇ ਹਨ। ਆਓ ਅਸੀਂ ਦੇਖੀਏ ਕਿ ਕਿਵੇਂ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਇੱਕ ਸਾਹਲ ਨਾਲ ਮਾਪ ਰਹੇ ਹਨ। ਆਓ ਅਸੀਂ ਆਮੋਸ ਅਧਿਆਇ 7 ਵਚਨ 7 ਉੱਤੇ ਜਾਈਏ। ਉਹਨੇ ਮੈਨੂੰ ਇਉਂ ਵਿਖਾਇਆ ਅਤੇ ਵੇਖੋ ਪ੍ਰਭੂ ਇੱਕ ਕੰਧ ਉੱਤੇ ਜਿਹੜੀ ਸਾਹਲ ਨਾਲ ਬਣੀ ਹੋਈ ਸੀ ਖਲੋਤਾ ਸੀ ਅਤੇ ਉਹਦੇ ਹੱਥ ਵਿੱਚ ਉਹਦੇ ਹੱਥ ਵਿੱਚ ਸਾਹਲ ਸੀ। ਜਿਵੇਂ ਕਿ ਮੈਂ ਹੁਣ ਸਮਝਾਇਆ ਹੈ, ਇੱਕ ਸਾਹਲ ਦੀ ਵਰਤੋਂ ਇਹ ਜਾਂਚਣ ਲਈ ਕੀਤੀ ਜਾਂਦੀ ਹੈ ਕਿ ਕੋਈ ਇਮਾਰਤ ਸਿੱਧੀ ਖੜੀ ਹੈ ਜਾਂ ਰੂਪ ਰੇਖਾ ਦੇ ਉਲਟ ਝੁਕ ਰਹੀ ਹੈ, ਕਿ ਉਹ ਇਸ ਪਾਸੇ ਝੁਕ ਰਹੀ ਹੈ ਜਾਂ ਉਸ ਪਾਸੇ ਝੁਕ ਰਹੀ ਹੈ। ਇਸ ਨੂੰ ਮਾਪਣ ਲਈ ਰਾਜ ਮਿਸਤਰੀ ਸਾਹਲ ਦੀ ਵਰਤੋਂ ਕਰਦੇ ਹਨ। ਸਾਨੂੰ ਸੁਦੀਪਕ ਸਵਰਗ ਦੇ ਰਾਜ ਵੱਲ ਆਪਣੇ ਵਿਸ਼ਵਾਸ ਦਾ ਨਿਰਮਾਣ ਇਸ ਪ੍ਰਕਾਰ ਕਰਨਾ ਚਾਹੀਦਾ ਹੈ ਜਿਸ ਤੋਂ ਪਰਮੇਸ਼ਰ ਖੁਸ਼ ਹੁੰਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਕਈ ਵਾਰ ਆਪਣੇ ਵਿਸ਼ਵਾਸ ਦੀਆਂ ਇੱਟਾਂ ਨੂੰ ਆਪਣੇ ਵਿਚਾਰਾਂ ਅਤੇ ਤਰੀਕਿਆਂ ਦੇ ਅਨੁਸਾਰ ਲਗਾਉਂਦੇ ਹਾਂ। ਇਸ ਲਈ ਪਰਮੇਸ਼ਰ ਹਮੇਸ਼ਾ ਸਾਡੇ ਵਿਸ਼ਵਾਸ ਨੂੰ ਇੱਕ ਸਾਹਲ ਨਾਲ ਮਾਪਦੇ ਹਨ। ਉਹ ਇਸ ਵਿਅਕਤੀ ਦੇ ਵਿਸ਼ਵਾਸ ਅਤੇ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਮਾਪਦੇ ਹਨ। ਉਹ ਇਹ ਦੇਖਣ ਲਈ ਹਰ ਕਿਸੇ ਦੇ ਵਿਸ਼ਵਾਸ ਦਾ ਨਿਰੀਖਣ ਕਰਦੇ ਹਨ ਕਿ ਸਾਡੇ ਵਿੱਚੋਂ ਹਰੇਕ ਜਨ ਸਵਰਗ ਦੇ ਰਾਜ ਵੱਲ ਆਪਣੇ ਵਿਸ਼ਵਾਸ ਦਾ ਨਿਰਮਾਣ ਕਰ ਰਿਹਾ ਹੈ ਤਾਂ ਇਸ ਸੰਸਾਰ ਦੇ ਸੁੱਖਾਂ ਵਿੱਚ ਮਗਨ ਹੋ ਰਿਹਾ ਹੈ। ਅਸੀਂ ਵਚਨ 8 ਨਾਲ ਜਾਰੀ ਰੱਖੀਏ। ਤਾਂ ਯਹੋਵਾ ਨੇ ਮੈਨੂੰ ਆਖਿਆ, ਆਮੋਸ ਤੂੰ ਕੀ ਵੇਖਦਾ ਹੈ? ਅੱਗੋਂ ਮੈਂ ਆਖਿਆ, ਇੱਕ ਸਾਹਲ। ਫਿਰ ਪ੍ਰਭੂ ਨੇ ਆਖਿਆ, ਵੇਖ ਮੈਂ ਸਾਹਲ ਆਪਣੀ ਪ੍ਰਜਾ ਇਜ਼ਰਾਈਲ ਦੇ ਵਿਚਕਾਰ ਰੱਖਦਾ ਹਾਂ। ਮੈਂ ਫਿਰ ਕਦੇ ਵੀ ਉਹਨਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ। ਇਸਹਾਕ ਦੇ ਉੱਚੇ ਸਥਾਨ ਵੀਰਾਨ ਕੀਤੇ ਜਾਣਗੇ ਅਤੇ ਇਜ਼ਰਾਈਲ ਦੇ ਪਵਿੱਤਰ ਸਥਾਨ ਬਰਬਾਦ ਕੀਤੇ ਜਾਣਗੇ ਅਤੇ ਮੈਂ ਯਾਰਾਬੋਆਮ ਦੇ ਘਰਾਣੇ ਦੇ ਵਿਰੁੱਧ ਤਲਵਾਰ ਲੈ ਕੇ ਉੱਠਾਂਗਾ। ਬਾਈਬਲ ਦਾ ਈਜ਼ੀ ਟੂ ਰੀਡ ਸੰਸਕਰਣ ਉਸ ਦ੍ਰਿਸ਼ ਨੂੰ ਇਸ ਪ੍ਰਕਾਰ ਦਰਜ ਕਰਦਾ ਹੈ, ਦੇਖ ਮੈਂ ਆਪਣੀ ਪ੍ਰਜਾ ਇਜ਼ਰਾਈਲ ਉੱਤੇ ਸਾਹਲ ਲਗਾਵਾਂਗਾ ਅਤੇ ਮੈਂ ਦਿਖਾਵਾਂਗਾ ਕਿ ਉਹ ਕਿੰਨੇ ਟੇਢੇ ਹਨ। ਜਦੋਂ ਪਰਮੇਸ਼ਰ ਨੇ ਸਾਹਲ ਲਗਾ ਕੇ ਉਹਨਾਂ ਦੇ ਵਿਸ਼ਵਾਸ ਦਾ ਨਿਰੀਖਣ ਕੀਤਾ ਤਦ ਪਰਮੇਸ਼ਰ ਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਵਿਸ਼ਵਾਸ ਗਲਤ ਸੀ ਅਤੇ ਉਹ ਗਲਤ ਰਾਸਤੇ ਉੱਤੇ ਚੱਲ ਪਏ ਸੀ। ਇਸ ਲਈ ਉਹ ਹੁਣ ਹੋਰ ਜ਼ਿਆਦਾ ਉਹਨਾਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸੀ। ਅੱਜ ਵੀ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਮਾਪਣ ਲਈ ਸਾਡੇ ਵਿਚਕਾਰ ਇੱਕ ਸਾਹਲ ਲਗਾ ਰਹੇ ਹਨ। ਉਹ ਜਾਂਚਦੇ ਹਨ ਕਿ ਸਾਡੇ ਰਾਸਤੇ ਕਿੰਨੇ ਟੇਢੇ ਹਨ ਜਾਂ ਸਾਡੇ ਰਾਸਤੇ ਕਿੰਨੇ ਸਿੱਧੇ ਹਨ। ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਹਮੇਸ਼ਾ ਸਾਨੂੰ ਦੇਖ ਰਹੇ ਹਨ। ਆਓ ਅਸੀਂ ਯਸ਼ਾਇਆ ਅਧਿਆਇ 13 ਉੱਤੇ ਜਾਈਏ। ਯਸ਼ਾਇਆ ਅਧਿਆਇ 13 ਵਚਨ 4 ਵਿੱਚ ਲਿਖਿਆ ਹੈ, ਪਹਾੜਾਂ ਉੱਤੇ ਇੱਕ ਰੋਲੇ ਦੀ ਆਵਾਜ਼, ਜਿਵੇਂ ਵੱਡੀ ਭੀੜ ਦੀ, ਕੌਮਾਂ ਦੀਆਂ ਪਾਤਸ਼ਾਹੀਆਂ ਦੇ ਇਕੱਠ ਦਾ ਸ਼ੋਰ। ਸੈਨਾ ਦਾ ਯਹੋਵਾ ਯੁੱਧ ਲਈ ਕੀ ਕਰ ਰਿਹਾ ਹੈ? ਸੈਨਾ ਨੂੰ ਇਕੱਠਾ ਕਰ ਰਿਹਾ ਹੈ। ਵੀ ਯਸ਼ਾਇਆ ਨੇ ਇਕੱਠ ਕਰਨਾ ਸ਼ਬਦ ਦੀ ਵਰਤੋਂ ਕੀਤੀ
ਅਤੇ ਨਬੀ ਆਮੋਸ ਨੇ ਇਸ ਨੂੰ ਸਾਹ ਲਗਾਉਣ ਦੇ ਰੂਪ ਵਿੱਚ ਵਰਣਨ ਕੀਤਾ। ਉਹਨਾਂ ਦੋਨਾਂ ਦਾ ਇੱਕੋ ਅਰਥ ਹੈ। ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਸਾਡੇ ਕੋਲ ਪ੍ਰਾਪਤ ਵਿਸ਼ਵਾਸ ਹੈ ਅਤੇ ਕਿ ਸਾਡਾ ਵਿਸ਼ਵਾਸ ਸਿੱਧਾ ਵੱਧ ਰਿਹਾ ਹੈ ਜਾਂ ਕਿ ਅਸੀਂ ਸਵਰਗ ਵੱਲ ਜਾਣ ਦਾ ਦਾਅਵਾ ਕਰਦੇ ਹੋਏ ਸੰਸਾਰ ਵੱਲ ਝੁਕ ਰਹੇ ਹਾਂ। ਯਸ਼ਾਇਆ ਅਧਿਆਇ 13 ਵਿੱਚ ਨਬੀ ਯਸ਼ਾਇਆ ਦੇ ਕਹਿਣ ਦਾ ਮਤਲਬ ਸੀ ਕਿ ਇਹ ਦੇਖਣ ਲਈ ਕਿ ਉਹ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲ ਰਹੇ ਹਨ ਜਾਂ ਨਹੀਂ। ਪਰਮੇਸ਼ਰ ਆਤਮਿਕ ਰੂਪ ਨਾਲ ਸਵਰਗੀ ਸੈਨਾ ਦੇ ਵਿਸ਼ਵਾਸ ਦਾ ਨਿਰੀਖਣ ਕਰ ਰਹੇ ਹਨ। ਆਓ ਅਸੀਂ ਮਤੀ ਅਧਿਆਇ 7 ਵਚਨ 21 ਉੱਤੇ ਜਾਈਏ। ਨਾ ਹਰ ਇੱਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਨ ਸਿਰਫ ਕੌਣ ਪ੍ਰਵੇਸ਼ ਕਰੇਗਾ? ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਪਰਮੇਸ਼ਰ ਇਹ ਦੇਖਣ ਲਈ ਆਪਣੇ ਲੋਕਾਂ ਦਾ ਨਿਰੀਖਣ ਕਰਨਗੇ ਕਿ ਉਹ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲ ਰਹੇ ਹਨ ਜਾਂ ਨਹੀਂ। ਨਬੀ ਆਮੋਸ ਨੇ ਪਰਮੇਸ਼ਰ ਦੇ ਨਿਰੀਖਣ ਨੂੰ ਇੱਕ ਸਾਹ ਲਗਾਉਣ ਦੇ ਰੂਪ ਵਿੱਚ ਵਰਣਨ ਕੀਤਾ ਤੇ ਨਬੀ ਯਸ਼ਾਇਆ ਨੇ ਇਸ ਨੂੰ ਇੱਕ ਸੈਨਾ ਇਕੱਠੀ ਕਰਨ ਦੇ ਰੂਪ ਵਿੱਚ ਵਰਣਨ ਕੀਤਾ। ਮਤੀ ਅਧਿਆਇ 7 ਵਿੱਚ ਲਿਖਿਆ ਹੈ, ਸਿਰਫ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ। ਪਰਮੇਸ਼ਰ ਕੀ ਕਹਿੰਦੇ ਹਨ ਕਿ ਉਹ ਸੰਸਾਰ ਦੇ ਲੋਕਾਂ ਵਿੱਚੋਂ ਉਹਨਾਂ ਲੋਕਾਂ ਨੂੰ ਲੱਭਣ ਲਈ ਕੀ ਕਰਨਗੇ ਜੋ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਹਨ। ਉਹ ਕਹਿੰਦੇ ਹਨ ਕਿ ਉਹਨਾਂ ਦੀ ਪ੍ਰੀਖਿਆ ਲੈਣਗੇ। ਕਿ ਪ੍ਰੀਖਿਆ ਇਹ ਨਿਰਧਾਰਿਤ ਕਰਨ ਲਈ ਨਹੀਂ ਦਿੱਤੀ ਜਾਂਦੀ ਹੈ ਕਿ ਕੋਈ ਇਸ ਨੂੰ ਪਾਸ ਕਰੇਗਾ ਜਾਂ ਨਹੀਂ। ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਇਹ ਦਰਜ ਹੈ, ਧਰਤੀ ਉੱਤੇ ਰਹਿਣ ਵਾਲਿਆਂ ਦੇ ਪਰਖਣ ਲਈ ਸਾਰੇ ਸੰਸਾਰ ਉੱਤੇ ਪ੍ਰੀਖਿਆ ਦਾ ਸਮੇਂ ਆਉਣ ਵਾਲਾ ਹੈ। ਇਸ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਲੱਭਦੇ ਹਨ ਜੋ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਹਨ। ਕਦੀ-ਕਦੀ ਪਰਮੇਸ਼ਰ ਸਾਡੇ ਕੰਮਾਂ ਨੂੰ ਪਰਖਦੇ ਹਨ, ਕਦੀ-ਕਦੀ ਅਸੀਂ ਜੋ ਕਹਿੰਦੇ ਹਾਂ ਉਸ ਨੂੰ ਪਰਖਦੇ ਹਨ। ਕਦੀ-ਕਦੀ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਪਰਖਦੇ ਹਨ, ਕਦੀ-ਕਦੀ ਪਰਮੇਸ਼ਰ ਸਾਡੀ ਮਾਨਸਿਕਤਾ ਨੂੰ ਪਰਖਦੇ ਹਨ। ਇੱਕ ਸਾਹਲ ਦੀ ਵਰਤੋਂ ਕਰਕੇ ਪਰਮੇਸ਼ਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ-ਇੱਕ ਕਰਕੇ ਮਾਪਦੇ ਹਨ। ਹੁਣ ਪਰਮੇਸ਼ਰ ਦਾ ਸਦੀਪਕ ਰਾਜ ਨੇੜੇ ਆ ਰਿਹਾ ਹੈ। ਸਾਨੂੰ ਇਹ ਦੇਖਣ ਲਈ ਖੁਦ ਨੂੰ ਜਾਂਚਣਾ ਚਾਹੀਦਾ ਹੈ ਕਿ ਅਸੀਂ ਸਵਰਗ ਦੇ ਰਾਜ ਤੱਕ ਪਹੁੰਚਣ ਲਈ ਵਿਸ਼ਵਾਸ ਦੀਆਂ ਬਰਾਬਰ ਇੱਟਾਂ ਜਮ੍ਹਾਂ ਕਰ ਰਹੇ ਹਾਂ ਜਾਂ ਨਹੀਂ। ਵਿਵਸਥਾ ਸਾਰ ਅਧਿਆਇ 8 ਵੀ ਇਹ ਦਿਖਾਉਂਦਾ ਹੈ ਕਿ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ 40 ਸਾਲਾਂ ਤੱਕ ਸਾਹਲ ਨਾਲ ਮਾਪਿਆ ਕਿ ਉਹ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹਨ ਜਾਂ ਨਹੀਂ। ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਪਰਖਿਆ ਤਦ ਕੁਝ ਹੀ ਸਿੱਧੇ ਲੋਕ ਸੀ। ਜ਼ਿਆਦਾਤਰ ਇਜ਼ਰਾਈਲੀਆਂ ਦਾ ਵਿਸ਼ਵਾਸ ਟੇਢਾ ਸੀ ਅਤੇ ਉਹ ਗਲਤ ਦਿਸ਼ਾ ਵਿੱਚ ਜਾ ਰਹੇ ਸੀ। ਕੁਝ ਲੋਕਾਂ ਕੋਲ ਵਿਸ਼ਵਾਸ ਨਹੀਂ ਸੀ, ਕੁਝ ਲੋਕ ਬੁੜਬੁੜਾਏ ਅਤੇ ਕੁਝ ਲੋਕਾਂ ਨੇ ਗਲਤ ਕੰਮ ਕੀਤਾ। ਇਸੇ ਕਾਰਨ ਉਹ ਲੋਕ ਪਰਮੇਸ਼ਰ ਦੁਆਰਾ ਦਿੱਤੀ ਗਈ ਪ੍ਰੀਖਿਆ ਵਿੱਚ ਅਸਫਲ ਹੋ ਗਏ। ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜੋ ਜੰਗਲ ਵਿੱਚ 40 ਸਾਲ ਦੀ ਯਾਤਰਾ ਦੇ ਦੌਰਾਨ ਪ੍ਰੀਖਿਆ ਵਿੱਚੋਂ ਅਸਫਲ ਹੋਏ ਅਤੇ ਉਹਨਾਂ ਨੇ ਸਿਰਫ ਉਹਨਾਂ ਲੋਕਾਂ ਨੂੰ ਚੁਣਿਆ ਜੋ ਦੁੱਧ ਅਤੇ ਸ਼ਹਿਦ ਵਗਣ ਵਾਲੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਯੋਗ ਸੀ, ਜੋ ਆਤਮਿਕ ਰੂਪ ਨਾਲ ਸਵਰਗ ਦੇ ਰਾਜ ਨੂੰ ਦਰਸਾਉਂਦਾ ਹੈ। ਜਦੋਂ ਪਰਮੇਸ਼ਰ ਦਾ ਸਦੀਪਕ ਰਾਜ ਨੇੜੇ ਆਉਂਦਾ ਹੈ ਤਦ ਪਰਮੇਸ਼ਰ ਕਹਿੰਦੇ ਹਨ, ਮੈਂ ਦੇਖਾਂਗਾ ਕਿ ਲੋਕਾਂ ਦਾ ਵਿਸ਼ਵਾਸ ਟੇਢਾ ਹੈ ਜਾਂ ਨਹੀਂ। ਪ੍ਰਕਾਸ਼ ਦੀ ਪੋਥੀ ਵਿੱਚ ਇਹ ਲਿਖਿਆ ਹੈ, ਸੰਸਾਰ ਦੇ ਸਾਰੇ ਲੋਕਾਂ ਨੂੰ ਪਰਖਣ ਦਾ ਸਮੇਂ ਆ ਗਿਆ ਹੈ। ਕਿਉਂਕਿ ਸਵਰਗ ਠੀਕ ਸਾਡੇ ਸਾਹਮਣੇ ਹੈ, ਫਿਰ ਸਾਡੇ ਵਿਸ਼ਵਾਸ ਨੂੰ ਸਾਹਲ ਨਾਲ ਮਾਪਿਆ ਜਾਣਾ ਚਾਹੀਦਾ ਹੈ। ਅਜਿਹਾ ਲੱਗ ਸਕਦਾ ਹੈ ਕਿ ਵਿਸ਼ਵਾਸ ਦੀਆਂ ਸਾਰੀਆਂ ਇੱਟਾਂ ਉੱਚੀਆਂ ਲਗਾਈਆਂ ਗਈਆਂ ਹਨ, ਪਰ ਕੁਝ ਨੂੰ ਗਲਤ ਤਰੀਕੇ ਨਾਲ ਲਗਾਇਆ ਗਿਆ ਹੈ। ਇਸ ਲਈ ਜੇਕਰ ਉੱਪਰ ਇੱਕ ਹੋਰ ਇੱਟ ਰੱਖੀ ਜਾਵੇ ਤਦ ਸਾਰੀਆਂ ਇੱਟਾਂ ਡਿੱਗ ਸਕਦੀਆਂ ਹਨ, ਕਿਉਂਕਿ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਵਿਸ਼ਵਾਸ ਦਾ ਨਿਰਮਾਣ ਕਰ ਰਿਹਾ ਹੈ। ਤਾਂ ਪਰਮੇਸ਼ਰ ਸਾਹਲ ਨਾਲ ਨਿਰੀਖਣ ਕਰਦੇ ਹਨ ਕਿ ਉਹ ਸਾਰੇ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਿੱਧੇ ਲਗਾਏ ਗਏ ਹਨ ਜਾਂ ਨਹੀਂ। ਹੁਣ ਅਸੀਂ ਆਤਮਿਕ ਰੂਪ ਵਿੱਚ ਇਜ਼ਰਾਈਲੀਆਂ ਵਰਗੀ ਸਥਿਤੀ ਵਿੱਚ ਹਾਂ, ਜੋ 3500 ਸਾਲ ਪਹਿਲਾਂ ਜੰਗਲ ਵਿੱਚ ਰਹਿੰਦੇ ਸੀ, ਜੋ ਇੱਕ ਪਰਛਾਵਾਂ ਹੈ। ਅਸੀਂ ਜਲਦੀ ਹੀ ਆਤਮਿਕ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਾਂਗੇ। ਆਓ ਅਸੀਂ ਵਿਵਸਥਾ ਸਾਰ ਦੀ ਕਿਤਾਬ ਅਧਿਆਇ 8 ਉੱਤੇ ਜਾਈਏ। ਅਧਿਆਇ 8 ਵਚਨ 1, ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ
ਪਰਮੇਸ਼ਰ ਦੇ ਹਰ ਹੁਕਮ ਦੇ ਪਾਲਣ ਕਰਨ ਵਾਲੇ ਉਹ ਹਨ ਜੋ ਆਪਣੇ ਵਿਸ਼ਵਾਸ ਦੀਆਂ ਇੱਟਾਂ ਨੂੰ ਸਹੀ ਤਰ੍ਹਾਂ ਲਗਾਉਂਦੇ ਹਨ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਆਓ ਅਸੀਂ ਵਚਨ 2 ਨਾਲ ਜਾਰੀ ਰੱਖੀਏ। ਤੁਸੀਂ ਉਸ ਸਾਰੇ ਰਾਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ 40 ਵਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ। ਕਿਉਂ ਪਰਮੇਸ਼ਰ ਉਹਨਾਂ ਨੂੰ ਜੰਗਲ ਵਿੱਚ ਲੈ ਆਏ ਅਤੇ ਪਰਖੇ ਅਤੇ ਜਾਣੋ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਸਾਹਲ ਦੀ ਭੂਮਿਕਾ ਹਮੇਸ਼ਾ ਇਹ ਪਰਖਣ ਦੀ ਹੁੰਦੀ ਹੈ ਅਸੀਂ ਪਰਮੇਸ਼ਰ ਦਾ ਪਾਲਣ ਕਰਦੇ ਹਾਂ ਜਾਂ ਨਹੀਂ। ਪਰਮੇਸ਼ਰ ਦੇ ਹੁਕਮਾਂ ਦਾ ਪਾਲਣ ਕਰਨ ਦਾ ਅਰਥ ਸਿੱਧੇ ਖੜਾ ਹੋਣਾ ਹੈ, ਨਹੀਂ ਤਾਂ ਸਾਡਾ ਵਿਸ਼ਵਾਸ ਟੇਢਾ ਹੈ। ਜੇਕਰ ਇੱਟਾਂ ਨੂੰ ਗਲਤ ਦਿਸ਼ਾ ਵਿੱਚ ਲਗਾਇਆ ਜਾਵੇ ਤਦ ਇਹ ਟੇਢਾ ਹੋ ਜਾਂਦਾ ਹੈ। ਜੇਕਰ ਅਸੀਂ ਇੱਟਾਂ ਨੂੰ ਗਲਤ ਤਰੀਕੇ ਨਾਲ ਲਗਾਈਏ ਫਿਰ ਇਸ ਨਾਲ ਇਮਾਰਤ ਅੰਤ ਵਿੱਚ ਢਹਿ ਜਾਵੇਗੀ। ਅਸੀਂ ਨਿਰਮਾਣ ਦੀ ਪ੍ਰਕਿਰਿਆ ਨੂੰ ਦੇਖ ਕੇ ਇਸ ਨੂੰ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ। ਇਸੇ ਲਈ ਬਾਈਬਲ ਕਹਿੰਦੀ ਹੈ ਅਤੇ ਪਰਖੇ ਅਤੇ ਜਾਣੋ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਵਚਨ 3 ਉਸਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ। ਇਹ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਹਨਾਂ 40 ਵਰਿਆਂ ਵਿੱਚ ਨਾ ਤੁਹਾਡੇ ਉੱਪਰਲੇ ਵਸਤਰ ਹੰਡੇ ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ ਜਿਵੇਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ। ਜੇਕਰ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜਿਉਂਦੇ ਹਾਂ ਫਿਰ ਇੱਟਾਂ ਨੂੰ ਸਿੱਧਾ ਲਗਾਇਆ ਜਾ ਸਕਦਾ ਹੈ ਭਾਵੇਂ ਉਹ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ। ਅੰਤ ਵਿੱਚ ਇੱਕ ਮਜ਼ਬੂਤ ਘਰ ਬਣਾਇਆ ਜਾ ਸਕਦਾ ਹੈ, ਨਹੀਂ ਤਾਂ ਇੱਟਾਂ ਨੂੰ ਹਮੇਸ਼ਾ ਗਲਤ ਕੋਣ ਉੱਤੇ ਲਗਾਇਆ ਜਾਵੇਗਾ ਅਤੇ ਇੱਕ ਅਸਥਿਰ ਘਰ ਬਣਾਇਆ ਜਾਵੇਗਾ। ਅੰਤ ਵਿੱਚ ਇਹ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ। ਜਦੋਂ ਅਸਥਿਰ ਘਰ ਇੱਕ ਨਿਸ਼ਚਿਤ ਉਚਾਈ ਉੱਤੇ ਪਹੁੰਚ ਜਾਂਦਾ ਹੈ ਤਾਂ ਉਹ ਆਖਿਰ ਵਿੱਚ ਡਿੱਗ ਜਾਵੇਗਾ। ਇਸੇ ਕਾਰਨ ਇਹ ਦੇਖਣ ਲਈ ਕਿ ਸਾਡੇ ਵਿਸ਼ਵਾਸ ਦੀਆਂ ਇੱਟਾਂ ਸਿੱਧੀਆਂ ਹਨ ਜਾਂ ਨਹੀਂ ਪਰਮੇਸ਼ਰ ਸਾਹਲ ਲਗਾਉਂਦੇ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਸਾਹਲ ਫੜੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਸਾਡੇ ਵਿਸ਼ਵਾਸ ਨੂੰ ਪਰਖਣ ਦਾ ਸਮਾਂ ਹੈ। ਜਿਵੇਂ ਕਿ ਪਰਮੇਸ਼ਰ ਨੇ 40 ਸਾਲਾਂ ਤੱਕ ਜੰਗਲ ਵਿੱਚ ਕੀਤਾ ਸੀ ਉਸੇ ਤਰ੍ਹਾਂ ਹੁਣ ਵੀ ਲੱਭ ਰਹੇ ਹਨ ਜੋ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਹਨ। ਜਿਵੇਂ ਉਹ ਕਹਿੰਦੇ ਹਨ ਜੋ ਮੇਰੇ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ। ਉਹਨਾਂ ਲੋਕਾਂ ਨੂੰ ਲੱਭਣ ਲਈ ਪਰਮੇਸ਼ਰ ਕਦੀ-ਕਦੀ ਸਾਡੀ ਪ੍ਰੀਖਿਆ ਕਰਦੇ ਹਨ, ਕਦੀ-ਕਦੀ ਮੁਸ਼ਕਿਲਾਂ ਤੋਂ ਲੱਗਣ ਦਿੰਦੇ ਹਨ, ਕਦੀ-ਕਦੀ ਸਾਨੂੰ ਨਿਮਰ ਬਣਾਉਂਦੇ ਹਨ ਅਤੇ ਕਦੀ-ਕਦੀ ਸਾਨੂੰ ਉੱਚਾ ਚੁੱਕਦੇ ਹਨ। ਜਦੋਂ ਸਾਨੂੰ ਉੱਚੇ ਅਹੁਦੇ ਉੱਤੇ ਰੱਖਿਆ ਜਾਂਦਾ ਹੈ ਤਦ ਅਸੀਂ ਆਸਾਨੀ ਨਾਲ ਹੰਕਾਰੀ ਹੋ ਜਾਂਦੇ ਹਨ। ਜਦੋਂ ਸਾਨੂੰ ਨੀਚਲੇ ਅਹੁਦੇ ਉੱਤੇ ਰੱਖਿਆ ਜਾਂਦਾ ਹੈ ਤਦ ਅਸੀਂ ਆਸਾਨੀ ਨਾਲ ਸ਼ਿਕਾਇਤ ਕਰਦੇ ਹਾਂ। ਉਹ ਕਦੀ-ਕਦੀ ਸਾਨੂੰ ਉੱਚਾ ਕਰਦੇ ਹਨ ਅਤੇ ਕਦੀ-ਕਦੀ ਸਾਨੂੰ ਨਿਮਰ ਬਣਾਉਂਦੇ ਹਨ। ਉਹ ਕਦੀ-ਕਦੀ ਸਾਨੂੰ ਭੁੱਖਾ ਰਹਿਣ ਦਿੰਦੇ ਹਨ ਜਾਂ ਸਾਨੂੰ ਭਰਪੂਰਤਾ ਵਿੱਚ ਜਿਉਣ ਦਿੰਦੇ ਹਨ। ਪਰਮੇਸ਼ਰ ਨੇ ਕਿਹਾ ਉਹ ਇਹ ਜਾਣਨ ਲਈ ਸਾਡੀ ਪ੍ਰੀਖਿਆ ਲੈਣਗੇ ਕਿ ਵੱਖ-ਵੱਖ ਸਥਿਤੀਆਂ ਅਤੇ ਪਰਿਸਥਿਤੀਆਂ ਵਿੱਚ ਸਾਡੇ ਮਨ ਵਿੱਚ ਕੀ ਹੈ। ਸਾਨੂੰ ਖੁਦ ਤੋਂ ਸਵਾਲ ਪੁੱਛਣਾ ਚਾਹੀਦਾ ਹੈ, ਇਸ ਸਾਲ ਵਿੱਚ ਜਦੋਂ ਪਰਮੇਸ਼ਰ ਨੇ ਇੱਕ ਸਾਹਲ ਨਾਲ ਮੈਨੂੰ ਮਾਪਿਆ ਤਦ ਕਿ ਮੈਂ ਸੰਸਾਰ ਵੱਲ ਝੁਕਿਆ ਹੋਇਆ ਹਾਂ, ਕਿ ਮੈਂ ਟੇਢਾ ਹਾਂ ਜਾਂ ਮੈਂ ਸਵਰਗ ਦੇ ਰਾਜ ਵੱਲ ਸਿੱਧਾ ਖੜਾ ਹਾਂ। ਮੈਂ ਪਰਮੇਸ਼ਰ ਦੀਆਂ ਅੱਖਾਂ ਵਿੱਚ ਕਿਵੇਂ ਦਿਖਦਾ ਹਾਂ। ਜੇਕਰ ਅਸੀਂ ਕੁਝ ਗਲਤ ਕਰਦੇ ਹਾਂ ਤਦ ਸਾਨੂੰ ਸੁਧਾਰ ਕਰਨਾ ਚਾਹੀਦਾ ਹੈ। ਜੇਕਰ ਸਾਡੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਹੈ ਤਦ ਸਾਨੂੰ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਪਰ ਜਾਣਾ ਚਾਹੀਦਾ ਹੈ। ਹੁਣ ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 26 ਵਚਨ 2 ਉੱਤੇ ਜਾਈਏ। ਹੇ ਯਹੋਵਾ ਮੈਨੂੰ ਪਰਖ ਅਤੇ ਮੈਨੂੰ ਪਰਤਾ। ਰਾਜਾ ਦਾਊਦ ਨੇ ਯਹੋਵਾ ਨੂੰ ਕੀ ਕਰਨ ਲਈ ਕਿਹਾ? ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਂਚ ਕਿ ਮੈਂ ਹੁਣ ਪਰਮੇਸ਼ਰ ਦੀ ਮਰਜ਼ੀ ਦਾ ਪਾਲਣ ਕਰ ਰਿਹਾ ਹਾਂ। ਮੈਂ ਖੁਦ ਇਸ ਨੂੰ ਨਹੀਂ ਜਾਣਦਾ। ਜੇਕਰ ਮੈਂ ਥੋੜਾ ਵੀ ਟੇਢਾ ਹਾਂ ਤਾਂ ਕਿਰਪਾ ਮੈਨੂੰ ਤੁਰੰਤ ਸੁਧਾਰੋ। ਪਰਮੇਸ਼ਰ ਜੇਕਰ ਮੈਂ ਸਿੱਧਾ ਨਹੀਂ ਹਾਂ ਤਦ ਇੱਕ ਸਾਹਲ ਲਗਾ ਕੇ ਕਿਰਪਾ ਕਰਕੇ ਸਵਰਗ ਦੇ ਰਾਜ ਵੱਲ ਆਪਣੇ ਵਿਸ਼ਵਾਸ ਦੀਆਂ ਇੱਟਾਂ ਨੂੰ ਸਹੀ ਤਰ੍ਹਾਂ ਰੱਖਣ ਲਈ ਮੇਰਾ ਅਗਵਾਈ ਕਰਿਓ। ਕਿਉਂਕਿ ਦਾਊਦ ਕੋਲ ਇਹ ਮਾਨਸਿਕਤਾ ਸੀ। ਫਿਰ ਪਰਮੇਸ਼ਰ ਨੇ ਕਿਹਾ ਤੁਸੀਂ ਮੇਰੇ ਮਨ ਦੇ ਅਨੁਸਾਰ ਮਿਲ ਗਏ ਹੋ। ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ।
ਬਾਈਬਲ ਦਾਊਦ ਨੂੰ ਪਰਮੇਸ਼ਰ ਦੇ ਮਨ ਦੇ ਅਨੁਸਾਰ ਇੱਕ ਵਿਅਕਤੀ ਦੇ ਰੂਪ ਵਿੱਚ ਦਰਜ ਕਰਦੀ ਹੈ। 이렇게 성경에는 기록되어 있습니다. ਪਰਮੇਸ਼ਰ ਨੇ ਦਾਊਦ ਬਾਰੇ ਇਸ ਤਰ੍ਹਾਂ ਵਿਅਕਤ ਕੀਤਾ, ਤੁਹਾਡੇ ਵਿਸ਼ਵਾਸ ਨੂੰ ਹਮੇਸ਼ਾ ਪਰਮੇਸ਼ਰ ਉੱਤੇ ਕੇਂਦਰਿਤ ਦੇਖ ਕੇ 어떤 모습을 보니까 ਤੁਸੀਂ ਮੇਰੇ ਮਨ ਦੇ ਅਨੁਸਾਰ 내 마음 ਅਤੇ ਮੇਰੇ ਮਨ ਦੇ ਅਨੁਰੂਪ ਮਿਲ ਗਏ ਹੋ। 판자라. 이렇게 지금 ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਉੱਤੇ ਜਾਈਏ। 2장 ਅਧਿਆਇ 2 ਵਚਨ 23। 2장 23절의 말씀 보시면 ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਸੁੱਟਾਂਗਾ 그의 자녀들을 ਅਤੇ ਸਾਰੀਆਂ ਕਲੀਸਿਆ ਜਾਣ ਲੈਣਗੀਆਂ ਜੋ ਪਰਮੇਸ਼ਰ ਕੀ ਜਾਂਚਣ ਵਾਲੇ ਹਨ। 뭘 살피는 자라고요? ਗੁਰਦਿਆਂ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਮੈਂ ਹੀ ਹਾਂ 알지니라고 했어요. ਅਤੇ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ 주신 말씀에 ਕਿਸ ਦੇ ਅਨੁਸਾਰ ਪਰਮੇਸ਼ਰ ਫਲ ਦੇਣਗੇ, 무엇대로 갚아 ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦੇਵਾਂਗਾ। 갚아주리라고 했습니다. ਪਰਮੇਸ਼ਰ ਲੋਕਾਂ ਦਾ 외모로 ਉਹਨਾਂ ਦੇ ਬਾਹਰੀ ਦਿਖਾਵੇ ਨਾਲ ਨਿਆਂ ਨਹੀਂ ਕਰਦੇ, ਬਲਕਿ ਹਮੇਸ਼ਾ ਉਹਨਾਂ ਦੇ ਦਿਲਾਂ ਅਤੇ ਮਨਾਂ ਨੂੰ ਜਾਂਚਦੇ ਹਨ। ਜੇਕਰ ਇਸ ਸਮੇਂ ਸਾਨੂੰ 이 순간도 ਪਰਮੇਸ਼ਰ ਦੇ ਸਾਹਲ ਨਾਲ ਮਾਪਿਆ ਜਾਵੇ 청량을 받을 ਤਦ ਸਾਡਾ ਵਿਸ਼ਵਾਸ ਸਦੀਪਕ ਮੁਕਤੀ ਲਈ ਆਪਣੀ ਸ਼ੁਕਰਗੁਜ਼ਾਰੀ ਗਵਾਏ ਬਿਨਾ 을 향하고 ਸਵਰਗ ਵੱਲ ਵੱਧਦੇ ਹੋਏ ਪਾਇਆ ਜਾਣਾ ਚਾਹੀਦਾ ਹੈ। 사는 마음 ਮੈਂ ਅਸਲ ਵਿੱਚ ਆਸ ਕਰਦਾ ਹਾਂ 그래서 믿음 ਕਿ ਅਸੀਂ ਸਾਰੇ ਇੱਟਾਂ ਨੂੰ ਸਿੱਧਾ ਲਗਾ ਕੇ ਵਿਸ਼ਵਾਸ ਦਾ ਘਰ ਬਣਾਉਣ ਵਿੱਚ ਸਫਲ ਹੋਵਾਂਗੇ। 그런 여러분과 제가 꼭 되어서 ਪਰਮੇਸ਼ਰ ਹਮੇਸ਼ਾ ਜਾਂਚਦੇ ਹਨ ਕਿ ਸਾਡੇ ਦਿਲ ਵਿੱਚ ਕੀ ਹੈ ਅਤੇ ਸਾਡੇ ਮਨ ਵਿੱਚ ਕੀ ਹੈ। 사람이 가지고 있는 그 마음을 항상 살피고 ਜਦੋਂ ਪਿਤਾ ਅਤੇ ਮਾਤਾ ਜੀ ਨੇ ਦਾਊਦ ਦੇ ਦਿਲ ਅਤੇ ਮਨ ਨੂੰ ਜਾਂਚਿਆ, ਫਿਰ ਉਹ ਹਮੇਸ਼ਾ ਧਰਮੀ ਅਤੇ ਪਵਿੱਤਰ ਪਾਇਆ ਗਿਆ। 의롭고 ਇਸ ਲਈ ਪਰਮੇਸ਼ਰ ਨੇ ਕਿਹਾ, ਤੂੰ ਮੇਰੇ ਮਨ ਦੇ ਅਨੁਸਾਰ ਮਿਲ ਗਿਆ ਹੈ। 꼭 드는 사람 ਠੀਕ ਜਿਵੇਂ ਪਰਮੇਸ਼ਰ ਨੇ ਦਾਊਦ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ, ਉਸੇ ਤਰ੍ਹਾਂ ਸਾਨੂੰ ਵੀ ਅਜਿਹੇ ਪੁੱਤਰ ਅਤੇ ਧੀਆਂ ਬਣਨਾ ਚਾਹੀਦਾ ਹੈ ਜਿਨ੍ਹਾਂ ਉੱਤੇ ਪਰਮੇਸ਼ਰ ਨੂੰ ਮਾਣ ਹੈ। 되셔야 되겠습니다. ਕਿਰਪਾ ਕਰਕੇ ਇਹ ਨਾ ਭੁੱਲੋ ਕਿ ਪਰਮੇਸ਼ਰ ਹਮੇਸ਼ਾ ਉਹ ਪਰਖਦੇ ਹਨ ਜੋ ਸਾਡੇ ਦਿਲ ਅਤੇ ਮਨ ਵਿੱਚ ਹੈ। 항상 마음에 잊어버리지 않기를 부탁드립니다. ਆਓ ਅਸੀਂ ਪਹਿਲਾ ਸੈਮੂਅਲ ਅਧਿਆਇ 16 ਵਚਨ 7 ਉੱਤੇ ਜਾਈਏ। 7절의 말씀 보시면 ਪਰ ਯਹੋਵਾ ਨੇ ਸੈਮੂਅਲ ਨੂੰ ਆਖਿਆ, ਉਹਦੇ ਮੂੰਹ ਉੱਤੇ ਅਤੇ ਉਹਦੀ ਲਮਾਨ ਵੱਲ ਨਾ ਵੇਖ, ਕਿਉਂਕਿ ਉਹਨੂੰ ਮੈਂ ਨਹੀਂ ਮੰਨਿਆ। 나의 ਯਹੋਵਾ ਜੋ ਮਨੁੱਖ ਵਾਂਗੂ ਨਹੀਂ ਵੇਖਦਾ, ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। 라고 했습니다. ਸਾਡੇ ਬਾਹਰੀ ਰੂਪ ਦੇ ਬਜਾਏ ਪਰਮੇਸ਼ਰ ਹਮੇਸ਼ਾ ਸਾਡੇ ਦਿਲਾਂ ਨੂੰ ਦੇਖਦੇ ਹਨ 지켜보시고 ਅਤੇ ਜਿਨ੍ਹਾਂ ਦੇ ਮਨ ਸੋਹਣੇ ਹਨ ਉਹਨਾਂ ਨੂੰ ਆਪਣੇ ਨਬੀਆਂ, ਖੁਸ਼ਖਬਰੀ ਦੇ ਸੇਵਕਾਂ 복음의 일꾼으로서 ਅਤੇ ਉਹਨਾਂ ਲੋਕਾਂ ਦੇ ਰੂਪ ਵਿੱਚ ਨਿਯੁਕਤ ਕਰਦੇ ਹਨ ਜੋ ਦਿੱਤੇ ਗਏ ਸਮੇਂ ਵਿੱਚ ਮਿਸ਼ਨ ਨੂੰ ਪੂਰਾ ਕਰਨਗੇ। 세우신다는 것을 ਕਿਰਪਾ ਕਰਕੇ ਇਸ ਨੂੰ ਧਿਆਨ ਵਿੱਚ ਰੱਖੋ ਅਤੇ ਪਰਮੇਸ਼ਰ ਦੇ ਪ੍ਰਤੀ ਇੱਕ ਸੋਹਣਾ ਦਿਲ ਰੱਖੋ। 가져주시기를 부탁드립니다. ਹੁਣ ਆਓ ਅਸੀਂ ਪਹਿਲਾ ਪਤਰਸ ਦੀ ਕਿਤਾਬ ਉੱਤੇ ਜਾਈਏ ਅਤੇ ਪਹਿਲਾ ਪਤਰਸ ਅਧਿਆਇ 4 ਵਚਨ 12 ਪੜ੍ਹੀਏ। 7절의 말씀 보겠습니다. ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਭੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੈ, ਉਹਨੂੰ ਅਚਰਜ ਨਾ ਮੰਨੋ। ਭਾਈ ਜੇਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ, ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ, ਉਹਨਾਂ ਕੋ ਆਨੰਦ ਕਰੋ। 하고 있습니다. ਇਹ ਜਾਣਨ ਲਈ ਕਿ ਸਾਡਾ ਵਿਸ਼ਵਾਸ ਕਿਸ ਤਰ੍ਹਾਂ ਦਾ ਹੈ, ਪਰਮੇਸ਼ਰ ਕਦੀ-ਕਦੀ ਸਾਨੂੰ ਦਰਦਨਾਕ ਦੁੱਖਾਂ ਦਾ ਅਨੁਭਵ ਕਰਨ ਦਿੰਦੇ ਹਨ, ਜਿਵੇਂ ਉਹਨਾਂ ਨੇ ਅਯੂਬ ਨੂੰ ਅਜਿਹੇ ਦੁੱਖਾਂ ਦਾ ਅਨੁਭਵ ਕਰਨ ਦਿੱਤਾ ਸੀ। ਹੁਣ ਸਾਡੇ ਉਹਨਾਂ ਦਰਦਨਾਕ ਦੁੱਖਾਂ ਉੱਤੇ ਹੈਰਾਨੀ ਕਰਨ ਦੇ ਬਜਾਏ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋਣ ਦੀ ਜ਼ਰੂਰਤ ਹੈ। ਸਵਰਗੀ ਪਿਤਾ ਜੀ ਨੇ ਵੀ ਇਹਨਾਂ ਦੁੱਖਾਂ ਦਾ ਅਨੁਭਵ ਕੀਤਾ। ਸਵਰਗੀ ਮਾਤਾ ਵੀ ਸਾਡੀ ਮੁਕਤੀ ਲਈ ਇਸ ਧਰਤੀ ਉੱਤੇ ਆਉਣ ਲਈ ਸਵਰਗੀ ਸਿੰਘਾਸਨ ਨੂੰ ਪਿੱਛੇ ਛੱਡ ਕੇ 인생의 이 ਦੁੱਖਾਂ ਨਾਲ ਭਰਿਆ ਜੀਵਨ ਜੀ ਰਹੇ ਹਨ। ਇਸ ਲਈ ਸਾਨੂੰ ਕਦੇ ਵੀ ਪਰਮੇਸ਼ਰ ਉੱਤੇ ਆਪਣਾ ਵਿਸ਼ਵਾਸ ਨਹੀਂ ਗਵਾਉਣਾ ਚਾਹੀਦਾ, 우리가 되어야 되겠습니다. 그래서 ਕਿਉਂਕਿ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਦੁੱਖ ਦਿੱਤੇ ਜਾਂਦੇ ਹਨ। ਇਸ ਲਈ ਸਾਨੂੰ ਇਹ ਸਮਝ ਕੇ ਹੈਰਾਨੀ ਨਹੀਂ ਕਰਨੀ ਚਾਹੀਦੀ ਹੈ ਕਿ ਕੋਈ ਅਨੋਖੀ ਗੱਲ ਸਾਡੇ ਉੱਤੇ ਬੀਤ ਰਹੀ ਹੈ। ਸਾਰੇ ਲੋਕੋ ਦੁੱਖ ਵਿਪਤਾਵਾਂ ਤੋਂ ਅਲੱਗ ਹੁੰਦੇ ਹਨ। ਦਰਦਨਾਕ ਦੁੱਖ ਪਾਪੀਆਂ ਲਈ ਬਿਪਤਾ ਹੈ ਜੋ ਸਜ਼ਾ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ, ਪਰ ਦੁੱਖ ਉਹਨਾਂ ਲਈ ਬਿਪਤਾ ਨਹੀਂ ਹਨ ਜੋ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਦੇ ਹਨ, ਕਿਉਂਕਿ ਉਹਨਾਂ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਪਰਮੇਸ਼ਰ ਦੀ ਮਰਜ਼ੀ ਅਤੇ ਆਸ਼ੀਸ਼ ਹੁੰਦੀ ਹੈ। ਇਸ ਲਈ ਸਾਨੂੰ ਦੁੱਖਾਂ ਅਤੇ ਬਿਪਤਾਵਾਂ ਵਿਚਕਾਰ ਦਾ ਫਰਕ ਸਮਝਣ ਵਿੱਚ ਸਫਲ ਹੋਣਾ ਚਾਹੀਦਾ ਹੈ। ਪਹਿਲਾ ਪਤਰਸ ਅਧਿਆਇ 4 ਕਹਿੰਦਾ ਹੈ ਕਿ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੁੰਦੇ ਹਾਂ। ਕਦੀ-ਕਦੀ ਮੈਂਬਰ ਮੈਨੂੰ ਪੁੱਛਦੇ ਹਨ, ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ, ਫਿਰ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਕਿਉਂਕਿ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ, ਫਿਰ ਸਾਨੂੰ ਸਿਰਫ ਆਸ਼ੀਸ਼ਿਤ ਹੋਣਾ ਚਾਹੀਦਾ ਹੈ। ਅਸੀਂ ਬਿਪਤਾਵਾਂ ਦਾ ਅਨੁਭਵ ਕਿਉਂ ਕਰਦੇ ਹਾਂ? ਜੋ ਲੋਕ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ ਉਹ ਬਿਪਤਾਵਾਂ ਦੇ ਅਧੀਨ ਨਹੀਂ ਹੁੰਦੇ।
하나님의 ਅਸੀਂ ਸਿਰਫ ਪਰਮੇਸ਼ਰ ਦੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਲਈ ਦੁੱਖਾਂ ਤੋਂ ਲੰਘਦੇ ਹਾਂ। 시련을 받고 ਅਸੀਂ ਦੁੱਖਾਂ ਅਤੇ ਪ੍ਰੀਖਿਆਵਾਂ ਤੋਂ ਲੰਘਦੇ ਹਾਂ, ਪਰ ਉਹ ਬਿਪਤਾਵਾਂ ਨਹੀਂ ਹਨ। 야고보서 1장 ਆਓ ਅਸੀਂ ਯਾਕੂਬ ਅਧਿਆਇ 1 ਵਚਨ 4 ਉੱਤੇ ਜਾਈਏ। ਪਰ ਹਰ ਕੋਈ 사람이 ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁਚਾਲਿਆ ਜਾਂਦਾ ਹੈ। 자기 욕심에 끌려 ਤਦ ਕਾਮਨਾ ਜਾਂ ਗਰਬਨੀ ਹੋਈ ਤਾਂ ਪਾਪ ਨੂੰ ਜਾਂਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ। ਭਾਵੇਂ ਅਸੀਂ ਸੱਚਾਈ ਵਿੱਚ ਹਾਂ, 면서도 ਪਰ ਜੇਕਰ ਕੋਈ ਮੈਂਬਰ ਹੈ ਜਿਸ ਦਾ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ, ਤਾਂ ਜੋ ਸਵਰਗ ਦੀ ਆਸ ਤੋਂ ਜ਼ਿਆਦਾ ਸੰਸਾਰਿਕ ਕਾਮਨਾਵਾਂ ਵਿੱਚ ਖਿੱਚੇ ਚਲੇ ਜਾਂਦੇ ਹਨ, ਜਾਂ ਜਿਨ੍ਹਾਂ ਦੇ ਕੰਮ ਸੱਚਾਈ ਦੀਆਂ ਸਿੱਖਿਆਵਾਂ ਦੇ ਅਨੁਰੂਪ ਨਹੀਂ ਹੁੰਦੇ, 넘어서서 ਫਿਰ ਪਰਮੇਸ਼ਵਰ ਕਦੀ-ਕਦੀ ਉਹਨਾਂ ਨੂੰ ਪ੍ਰੀਖਿਆਵਾਂ ਦਿੰਦੇ ਹਨ, 있다라고 한다. ਕਿਉਂਕਿ ਉਹ ਉਹਨਾਂ ਦੀਆਂ ਆਤਮਾਵਾਂ ਉੱਤੇ ਦਇਆ ਕਰਦੇ ਹਨ ਅਤੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਹਨ। 그들에게 시련을 주시는 경우는 ਬਿਪਤਾਵਾਂ ਕਦੇ ਨਹੀਂ ਹੋ ਸਕਦੀਆਂ, ਪਰ ਦੁੱਖ ਆ ਸਕਦੇ ਹਨ। ਤੁਹਾਨੂੰ ਦੁੱਖਾਂ ਅਤੇ ਬਿਪਤਾਵਾਂ ਵਿਚਕਾਰ ਫਰਕ ਕਰਨ ਵਿੱਚ ਸਫਲ ਹੋਣਾ ਚਾਹੀਦਾ ਹੈ। 구분할 줄 알아야 ਜਿਵੇਂ ਯਿਸੂ ਨੇ ਕਿਹਾ, ਸਿਰਫ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ। ਉਸੇ ਤਰ੍ਹਾਂ ਪਰਮੇਸ਼ਰ ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕ ਸਾਹਲ ਨਾਲ ਮਾਪ ਰਹੇ ਹਨ। ਉਹਨਾਂ ਦੇ ਮਾਪਣ ਬਾਰੇ ਰਸੂਲ ਯਹੂਨਾ ਨੇ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਕਿਹਾ, ਧਰਤੀ ਉੱਤੇ ਰਹਿਣ ਵਾਲਿਆਂ ਦੇ ਪਰਖਣ ਲਈ ਸਾਰੇ ਸੰਸਾਰ ਉੱਤੇ ਪ੍ਰੀਖਿਆ ਦਾ ਸਮਾਂ ਆਉਣ ਵਾਲਾ ਹੈ। 하게 될 것이다. ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਦੁਆਰਾ ਇਸ ਦ੍ਰਿਸ਼ ਦੀ ਪੁਸ਼ਟੀ ਕਰੀਏ। ਅਧਿਆਇ 3 ਵਚਨ 10, 3장 10절입니다. ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਖਿਆ ਕਰਾਂਗਾ। ਧਰਤੀ ਉੱਤੇ ਰਹਿਣ ਵਾਲਿਆਂ ਲਈ ਪਰਮੇਸ਼ਰ ਕੀ ਕਰਨਗੇ? 한다고요? ਪਰਮੇਸ਼ਰ ਕਹਿੰਦੇ ਹਨ ਕਿ ਉਹ ਉਹਨਾਂ ਦੀ ਪ੍ਰੀਖਿਆ ਲੈਣਗੇ। 한다고 했습니다. ਪਰਮੇਸ਼ਰ ਸਾਰੇ ਸੰਸਾਰ ਉੱਤੇ ਪ੍ਰੀਖਿਆਵਾਂ ਨੂੰ ਪਾਉਣਗੇ ਦਾ ਮਤਲਬ ਹੈ ਕਿ ਪਰਮੇਸ਼ਰ ਕੁਝ ਮਾਪਣ ਲਈ ਉਹਨਾਂ ਦੀ ਪ੍ਰੀਖਿਆ ਲੈਣਗੇ। 내리십니다. ਜਦੋਂ ਪਰਮੇਸ਼ਰ ਉਹਨਾਂ ਨੂੰ ਇੱਕ-ਇੱਕ ਕਰਕੇ ਮਾਪਦੇ ਹਨ, 있는 줄 알았는데 ਤਦ ਜੋ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਲੱਗਦੇ ਹਨ, ਉਹਨਾਂ ਕੋਲ ਕੋਈ ਵਿਸ਼ਵਾਸ ਨਹੀਂ ਹੈ। 알았는데 아주 ਪਰ ਜੋ ਕੋਸਾ ਵਿਸ਼ਵਾਸ ਰੱਖਣ ਵਾਲੇ ਲੱਗਦੇ ਹਨ, ਉਹ ਕਿਸੇ ਵੀ ਪਰਿਸਥਿਤੀ ਵਿੱਚ ਪਰਮੇਸ਼ਰ ਉੱਤੇ ਦ੍ਰਿੜ ਵਿਸ਼ਵਾਸ ਰੱਖਦੇ ਹਨ। 또 있습니다. ਇਸ ਨੂੰ ਮਾਪਣ ਦਾ ਯੰਤਰ ਸਾਹਲ ਹੈ, ਜਿਸ ਨੂੰ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਫੜਿਆ ਹੈ। 이 다림줄입니다. ਉਹ ਹਰੇਕ ਵਿਅਕਤੀ ਨੂੰ ਸਾਹਲ ਨਾਲ ਮਾਪਦੇ ਹਨ। ਉਹਨਾਂ ਦੇ ਮਾਪਣ ਦਾ ਕਾਰਨ ਉਹਨਾਂ ਲੋਕਾਂ ਨੂੰ ਲੱਭਣਾ ਹੈ ਜੋ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਹਨ। ਬਾਈਬਲ ਕਹਿੰਦੀ ਹੈ, ਸਿਰਫ ਉਹ ਜੋ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦੇ ਹਨ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦਾ ਹੈ। 이라고 했으니까 ਕੋਰੋਨਾ ਵਾਇਰਸ ਰੋਗ ਨੇ 코로나라는 ਵਾਤਾਵਰਣ ਨੂੰ ਉਦਾਸ ਕਰਦੇ ਹੋਏ 전 세계 몇 년 ਅਤੇ ਸਾਰੇ ਸੰਸਾਰ ਦੀਆਂ ਖੁਸ਼ੀਆਂ ਖੋ ਕੇ 어둡게 하고 ਕੁਝ ਸਾਲਾਂ ਤੋਂ ਲੋਕਾਂ ਦੇ ਜੀਵਨ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਉਹ ਨਿਰਾਸ਼ਾਜਨਕ ਵਿਚਾਰ ਰੱਖਦੇ ਹਨ। 꿈을 ਇਸ ਸਥਿਤੀ ਵਿੱਚ ਸਾਨੂੰ ਇਹ ਪੁੱਛਣਾ ਚਾਹੀਦਾ ਹੈ, ਅਜਿਹਾ ਹੋਣ ਦੇਣ ਵਿੱਚ ਪਰਮੇਸ਼ਰ ਦੀ ਕੀ ਮਰਜ਼ੀ ਹੈ? 것이 ਜੇਕਰ ਪਰਮੇਸ਼ਰ ਸਾਡੇ ਵਿਚਕਾਰ ਸਾਹਲ ਰੱਖਣ, ਫਿਰ ਕੀ ਮੇਰੇ ਵਿਸ਼ਵਾਸ ਦੀਆਂ ਇੱਟਾਂ ਸਵਰਗ ਦੇ ਰਾਜ ਵੱਲ ਖੜੀਆਂ ਪਾਈਆਂ ਜਾਣਗੀਆਂ? ਕਿ ਮੇਰਾ ਵਿਸ਼ਵਾਸ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ? 되어 있는 것. ਜਦੋਂ ਪਰਮੇਸ਼ਰ ਸਾਰੇ ਸੰਸਾਰ ਨੂੰ ਪਰਖਣਗੇ, ਤਦ ਕਿ ਮੈਂ ਪ੍ਰੀਖਿਆ ਦੇ ਸਮੇਂ 나는 그 시험 ਬਚਿਆ ਰਹਾਂਗਾ, 면함을 받을 수 ਕਿ 있는 ਮੈਂ ਪ੍ਰੀਖਿਆ ਪਾਸ ਕਰ ਸਕਾਂਗਾ। 시험에서 승리할 수는 있을까? ਹਰ ਦਿਨ ਸਾਨੂੰ ਪਿਤਾ ਤੇ ਮਾਤਾ ਜੀ ਤੋਂ ਇਹਨਾਂ ਸਾਰਿਆਂ ਵਿੱਚ ਸਾਡੀ ਮਦਦ ਕਰਨ ਲਈ ਮੰਗਣਾ ਚਾਹੀਦਾ ਹੈ। 줄 아는 여러분과 제가 꼭 되셔야 되겠고요. ਪਰਮੇਸ਼ਰ ਉਹਨਾਂ ਨੂੰ ਲੱਭਦੇ ਹਨ 그래서는 이 ਜੋ ਇਸ ਸਮੇਂ ਵੀ ਵਿਸ਼ਵਾਸ ਵਿੱਚ ਸਿੱਧੇ ਖੜੇ ਹਨ। 이 시간도 찾고 계십니다. ਕੋਰੋਨਾ ਵਾਇਰਸ ਦੇ ਕਾਰਨ ਅਸੀਂ ਆਜ਼ਾਦ ਰੂਪ ਨਾਲ ਪ੍ਰਚਾਰ ਨਹੀਂ ਕਰ ਸਕਦੇ ਅਤੇ ਸਮਾਜਿਕ ਗਤੀਵਿਧੀਆਂ ਉੱਤੇ ਕਈ ਪ੍ਰਤੀਬੰਧ ਹਨ। 제재가 많 ਕੁਝ ਦੇਸ਼ ਲੋਕਾਂ ਨੂੰ ਆਪਣੇ ਘਰ ਤੋਂ ਨਿਕਲਣ ਲਈ ਵੀ ਰੋਕਦੇ ਹਨ। 통제하는 국가들도 있고 ਅਜਿਹੀ ਸਥਿਤੀ ਵਿੱਚ ਵੀ ਸਾਡੇ ਮੈਂਬਰ ਕਹਿੰਦੇ ਹਨ, ਪਰਮੇਸ਼ਰ ਨੇ ਪਹਿਲਾਂ ਤੋਂ ਭਵਿੱਖਬਾਣੀ ਕੀਤੀ ਸੀ ਕਿ ਧਰਤੀ ਬਹੁਤ ਸੀਮਾਵਾਂ ਵਾਲੀ ਦੁਨੀਆ ਹੈ। 예언이 있는 ਇਸ ਲਈ ਮੈਂ ਇੱਥੇ ਸਿਰਫ ਸਵਰਗ ਦੀ ਆਸ ਨਾਲ ਜੀਵਾਂਗਾ। 아직 천국에 두면서 살아야 되겠다. ਇਸੇ ਤਰ੍ਹਾਂ ਕੁਝ ਮੈਂਬਰ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਅਤੇ ਕੁਝ ਮੈਂਬਰ ਖੁਸ਼ਖਬਰੀ ਦੇ ਜੀਵਨ ਪ੍ਰਤੀ 열중하고 ਹੋਰ ਜ਼ਿਆਦਾ ਸਮਰਪਿਤ ਹੋ ਜਾਂਦੇ ਹਨ। ਦੂਸਰੇ ਪਾਸੇ ਕੁਝ ਮੈਂਬਰ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਕਹਿੰਦੇ ਹਨ, ਸਾਨੂੰ ਕੋਰੋਨਾ ਵਾਇਰਸ ਕਰਕੇ ਜੀਵਨ ਬਤੀਤ ਕਰਨਾ ਮੁਸ਼ਕਿਲ ਲੱਗਦਾ ਹੈ। ਸਾਡਾ ਜੀਵਨ ਨਿਰਾਸ਼ਾਜਨਕ ਹੋ ਗਿਆ ਹੈ। 그 믿음을 추락시키는 ਸਾਡੇ ਬਚੇ ਹੋਏ ਸਮੇਂ ਵਿੱਚ 것도 있습니다. ਪਰਮੇਸ਼ਰ ਇੱਕ ਸਾਹਲ ਨਾਲ 남은 모든 시간도 ਸਾਡੇ ਵਿਸ਼ਵਾਸ ਦਾ ਪ੍ਰੀਖਣ ਕਰਨਾ ਜਾਰੀ ਰੱਖਣਗੇ 믿음을 ਅਤੇ ਸਵਰਗੀ ਸੈਨਾ ਨੂੰ ਇਕੱਠਾ ਕਰਨਗੇ। 를 검열하시고 ਸੰਸਾਰ ਦੇ ਸਾਰੇ ਲੋਕਾਂ ਨੂੰ ਪਰਖ ਕੇ
ਪਰਮੇਸ਼ਰ ਉਹਨਾਂ ਲੋਕਾਂ ਨੂੰ ਲੱਭ ਰਹੇ ਹਨ 보시는데 ਜੋ ਪ੍ਰੀਖਿਆ ਪਾਸ ਕਰਦੇ ਹਨ। ਉਹ ਹਨ ਜਿਨ੍ਹਾਂ ਤੋਂ ਪਰਮੇਸ਼ਰ ਖੁਸ਼ ਹੁੰਦੇ ਹਨ। 사드락과 ਭਾਵੇਂ ਸਾਨੂੰ ਸ਼ਰਦਕ, ਮੇਸ਼ਕ, ਬੇਦਨਗੋ ਵਾਂਗ 풀무불 속에 ਪੱਠੀ ਵਿੱਚ ਸੁੱਟੇ ਜਾਣ ਦੀ ਸਥਿਤੀ ਵਿੱਚ ਵੀ ਰੱਖਿਆ ਜਾਵੇ, 하나님을 향한 ਫਿਰ ਵੀ ਜੇਕਰ ਅਸੀਂ ਪਰਮੇਸ਼ਰ ਦੇ ਪ੍ਰਤੀ ਦ੍ਰਿੜ ਵਿਸ਼ਵਾਸ ਰੱਖਦੇ ਹਾਂ ਤਦ ਪਰਮੇਸ਼ਰ ਸਾਡੇ ਲਈ ਕਈ ਚਮਤਕਾਰ ਕਰਨਗੇ, ਹੈ ਨਾ? 축복을 허락해 주지 않았습니까? ਇਸ ਯੁੱਗ ਵਿੱਚ ਸਾਨੂੰ ਆਪਣਾ ਵਿਸ਼ਵਾਸ ਕਦੇ ਨਹੀਂ ਗਵਾਉਣਾ ਚਾਹੀਦਾ ਜਾਂ ਸਵਰਗ ਦੇ ਰਾਸਤੇ ਵਿੱਚ ਉਦਾਸ ਨਹੀਂ ਹੋਣਾ ਚਾਹੀਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਹਨਾਂ ਸਾਰੀਆਂ ਪ੍ਰੀਖਿਆਵਾਂ ਦੀ ਭਵਿੱਖਬਾਣੀ ਬਾਈਬਲ ਵਿੱਚ ਪਹਿਲਾਂ ਤੋਂ ਹੀ ਕੀਤੀ ਗਈ ਸੀ, ਹੈ ਨਾ? ਕਿ ਪਰਮੇਸ਼ਰ ਕਹਿੰਦੇ ਹਨ ਕਿ ਪ੍ਰੀਖਿਆ ਦਾ ਸਮਾਂ ਸੰਸਾਰ ਉੱਤੇ ਆਉਣ ਵਾਲਾ ਹੈ, ਫਿਰ ਉਹ ਸਮਾਂ ਜ਼ਰੂਰ ਆਵੇਗਾ, ਹੈ ਨਾ? 하지 않습니까? ਜਦੋਂ ਪਰਮੇਸ਼ਰ ਸਾਡੇ ਵਿਚਕਾਰ ਇੱਕ ਸਾਹਲ ਲਗਾਉਂਦੇ ਹਨ ਤਦ ਇਹ ਦੇਖਣ ਲਈ ਕਿ ਸਾਡੇ ਵਿਸ਼ਵਾਸ ਦਾ ਘਰ ਸਿੱਧਾ ਬਣਾਇਆ ਜਾ ਰਿਹਾ ਹੈ ਜਾਂ ਟੇਢਾ, ਪਰਮੇਸ਼ਰ ਸਾਹਲ ਦੀ ਵਰਤੋਂ ਕਰਕੇ ਸਾਡੇ ਵਿਸ਼ਵਾਸ ਨੂੰ ਮਾਪਣਗੇ। ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਸਾਨੂੰ ਹਮੇਸ਼ਾ ਪਰਮੇਸ਼ਰ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ। 꼭 되시고 ਭਾਵੇਂ ਸਾਡੇ ਉੱਤੇ ਕਿੰਨੇ ਵੀ ਦੁੱਖ ਅਤੇ ਪ੍ਰੀਖਿਆਵਾਂ ਕਿਉਂ ਨਾ ਆਉਣ, ਆਓ ਅਸੀਂ ਹਮੇਸ਼ਾ ਸਵਰਗ ਬਾਰੇ ਸੋਚੀਏ। ਆਓ ਅਸੀਂ ਸਿਰਫ ਪਰਮੇਸ਼ਰ ਨੂੰ ਯਾਦ ਰੱਖੀਏ। 하나님만 생각합시다. ਅੰਤ ਵਿੱਚ ਅਯੂਬ ਵਰਗੇ ਨਬੀਆਂ ਦਾ ਕੀ ਹੋਇਆ ਜੋ ਹਮੇਸ਼ਾ ਪਰਮੇਸ਼ਰ ਦੀ ਮਰਜ਼ੀ ਬਾਰੇ ਸੋਚਦੇ ਸੀ। 선지자에 대해서는 어찌했습니까? ਅਯੂਬ ਦੀ ਕਿਤਾਬ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅੰਤ ਵਿੱਚ ਪਰਮੇਸ਼ਰ ਨੇ ਉਹਨਾਂ ਸਾਰੀਆਂ ਪ੍ਰੀਖਿਆਵਾਂ ਅਤੇ ਮੁਸ਼ਕਿਲਾਂ ਨੂੰ ਖਤਮ ਕਰ ਦਿੱਤਾ ਜੋ ਅਯੂਬ ਨਾਲ ਹੋਈਆਂ ਸੀ ਅਤੇ ਉਸ ਨੂੰ ਪਹਿਲਾਂ ਦੀ ਤੁਲਨਾ ਵਿੱਚ ਦੋਗੁਣਾ ਆਸ਼ੀਸ਼ਾਂ ਦਿੱਤੀਆਂ, ਹੈ ਨਾ? 볼수 있지 않습니까? ਅਯੂਬ ਨੂੰ ਜਿਨ੍ਹਾਂ ਪਰਿਸਥਿਤੀਆਂ ਵਿੱਚ ਰੱਖਿਆ ਗਿਆ ਸੀ ਉਹ ਬਿਪਤਾਵਾਂ ਨਹੀਂ ਬਲਕਿ ਪ੍ਰੀਖਿਆਵਾਂ ਸੀ। ਉਸ ਦੀ ਸੰਤਾਨ ਮਰ ਗਈ ਅਤੇ ਉਸ ਦੀ ਸਾਰੀ ਦੌਲਤ ਜਲ ਕੇ ਰਾਖ ਹੋ ਗਈ। ਇਸ ਸਥਿਤੀ ਵਿੱਚ ਅਸੀਂ ਪੁੱਛ ਸਕਦੇ ਹਾਂ, ਪਰਮੇਸ਼ਰ ਉਤੇ ਵਿਸ਼ਵਾਸ ਕਰਨ ਵਾਲੇ ਅਯੂਬ ਉਤੇ ਅਜਿਹੀ ਬਿਪਤਾ ਕਿਵੇਂ ਆ ਸਕਦੀ ਹੈ? 여러분 그건 ਸਾਰੇ ਲੋਕੋ ਯਾਦ ਰੱਖੋ ਕਿ ਇਹ ਬਿਪਤਾਵਾਂ ਨਹੀਂ ਬਲਕਿ ਪ੍ਰੀਖਿਆਵਾਂ ਸੀ। ਜਦੋਂ ਅਯੂਬ ਨੇ ਇਹਨਾਂ ਸਾਰੀਆਂ ਪ੍ਰੀਖਿਆਵਾਂ ਉੱਤੇ ਜਿੱਤ ਪ੍ਰਾਪਤ ਕੀਤੀ, ਫਿਰ ਕੀ ਪਰਮੇਸ਼ਰ ਨੇ ਅਯੂਬ ਨੂੰ ਦੋਗੁਣਾ ਆਸ਼ੀਸ਼ ਨਹੀਂ ਦਿੱਤੀ? ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਸਾਡੇ ਉੱਤੇ ਵੀ ਆ ਸਕਦੀਆਂ ਹਨ। ਭਾਵੇਂ ਅਸੀਂ ਅਜਿਹੀਆਂ ਪ੍ਰੀਖਿਆਵਾਂ ਦਾ ਅਨੁਭਵ ਕਰੀਏ, ਆਓ ਅਸੀਂ ਸਵਰਗ ਨੂੰ ਕਦੇ ਨਾ ਭੁੱਲੀਏ, ਪਰ ਪਰਮੇਸ਼ਰ ਦੇ ਨਿਯਮਾਂ, ਵਿਧੀਆਂ ਅਤੇ ਵਿਵਸਥਾਵਾਂ ਦਾ ਇਮਾਨਦਾਰੀ ਨਾਲ ਪਾਲਣ ਕਰੀਏ ਅਤੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। 당장한 ਇਹ ਆਸ ਕਰਦੇ ਹੋਏ ਕਿ ਅਸੀਂ ਸਾਰੇ ਇਸਤਰੀ ਦੀ ਬਾਕੀ ਸੰਤਾਨ ਬਣਾਂਗੇ ਜੋ ਪ੍ਰਕਾਸ਼ ਦੀ ਪੋਥੀ ਅਧਿਆਇ 12 ਵਿੱਚ ਪ੍ਰਗਟ ਹੁੰਦੀ ਹੈ ਅਤੇ ਸਵਰਗੀ ਵਿਰਾਸਤ ਪ੍ਰਾਪਤ ਕਰਾਂਗੇ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।